ਬੱਚਿਆਂ ਨੂੰ ਟੈਕਨੀਕਲ ਬਣਾਉਣ ਤੇ ਜ਼ੋਰ ਦਿੱਤਾ ਹੋਇਆ ਉੱਥੋਂ ਦੇ ਵਿਹੜੇ ਦੇ ਵਿੱਚ ਪਹੁੰਚੇ ਨੇ। ਸਵਾਗਤ ਕਰੀਏ ਤੁਹਾਡਾ ਸਰ, ਇੱਥੇ ਆਉਣ ਤੇ ਬਹੁਤ ਬਹੁਤ ਸਵਾਗਤ। ਸ਼ਮਾ ਰੋਸ਼ਨ ਕਰਕੇ ਅੱਜ ਦੇ ਇਸ ਜੋ ਰਾਜ ਪੱਧਰੀ ਆਪਣਾ ਸਮਾਗਮ ਹੈ ਉਹਦਾ ਉਹ ਆਗਾਜ਼ ਕਰਨ ਜਾ ਰਹੇ ਨੇ। ਅੰਮ੍ਰਿਤਸਰ ਤੋਂ ਵਿਧਾਇਕ ਸ਼੍ਰੀ ਰਾਜ ਕੁਮਾਰ ਵੇਰਕਾ ਜੀ ਉਹ ਵੀ ਸਾਡੇ ਕੋਲ ਪਹੁੰਚੇ ਨੇ। ਅਸੀਂ ਉਹਨਾਂ ਦਾ ਵੀ ਜੀ ਆਇਆਂ ਨੂੰ ਆਖਦੇ ਹਾਂ, ਉਹਨਾਂ ਨੂੰ ਨਿੱਘਾ ਜੀ ਆਇਆਂ ਨੂੰ। ਚੌਧਰੀ ਸੰਤੋਖ ਸਿੰਘ ਜੀ ਸਾਥ ਦੇ ਰਹੇ ਨੇ। ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਜਸਵੀਰ ਸਿੰਘ ਡਿੰਪਾ ਜੀ ਜਿਹੜੇ ਕਿ ਲੋਕ ਸਭਾ ਮੈਂਬਰ ਨੇ ਖਡੂਰ ਸਾਹਿਬ ਹਲਕੇ ਤੋਂ। ਸਰਦਾਰ ਰਾਣਾ ਗੁਰਜੀਤ ਸਿੰਘ ਜੀ ਜਿਹੜੇ ਕਿ ਅੱਜ ਦੇ ਸਮਾਗਮ ਦੇ ਵਿੱਚ ਪ੍ਰਧਾਨਗੀ ਵੀ ਕਰ ਰਹੇ ਨੇ, ਉਹ ਵੀ ਉਹਨਾਂ ਦਾ ਸਹਿਯੋਗ ਕਰ ਰਹੇ ਨੇ। ਸੋ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਇੰਦਰ ਸਿੰਘ ਮਾਨ ਜੀ ਅਤੇ ਹੋਰ ਕਿੰਨੀਆਂ ਪਿਆਰੀਆਂ ਸ਼ਖਸੀਅਤਾਂ ਨੇ। ਸਰਦਾਰ ਅਮਰਜੀਤ ਸਿੰਘ ਟਿੱਕਾ ਜੀ ਸਾਡੇ ਚੇਅਰਮੈਨ ਪੰਜਾਬ ਯੂਥ ਵਿਕਾਸ ਬੋਰਡ, ਉਹ ਵੀ ਸਾਡੇ ਕੋਲੇ ਆਏ ਨੇ। ਸੁਖਵਿੰਦਰ ਸਿੰਘ ਬਿੰਦਰਾ ਜੀ ਅਸੀਂ ਉਹਨਾਂ ਦਾ ਵੀ ਨਿੱਘਾ ਜੀ ਆਖਦੇ ਹਾਂ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਪੋ ਆਪਣੀ ਸੀਟ ਗ੍ਰਹਿਣ ਕਰ ਲਈ ਹੈ। ਸ਼੍ਰੀ ਕਮਲ ਕਿਸ਼ੋਰ ਯਾਦਵ ਜੀ ਮਾਨਯੋਗ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਉਹ ਵੀ ਪਹੁੰਚੇ ਨੇ। ਬਹੁਤ ਬਹੁਤ ਧੰਨਵਾਦ ਸਰ। ਮੈਂ ਸਾਰੀਆਂ ਪਿਆਰੀਆਂ ਸ਼ਖਸੀਅਤਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪੋ ਆਪਣੇ ਜਿੰਨੀਆਂ ਪਿਆਰੀਆਂ ਸ਼ਖਸੀਅਤਾਂ ਸਾਡੇ ਕੋਲ ਆਈਆਂ ਨੇ, ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਹਾਡੀਆਂ ਸਾਰਿਆਂ ਦੀਆਂ ਸੀਟਸ ਇੱਥੇ ਈਅਰ ਮਾਰਕ ਕੀਤੀਆਂ ਹੋਈਆਂ ਨੇ। ਕਿਰਪਾ ਕਰਕੇ ਆਪੋ ਆਪਣਾ ਆਪਾਂ ਸਥਾਨ ਗ੍ਰਹਿਣ ਕਰੀਏ। ਸਾਡੇ ਵਾਸਤੇ ਬੜਾ ਇਹ ਮੁਬਾਰਕ ਮੌਕਾ ਹੈ ਕਿ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਜਿਹੜੇ ਕਿ ਬਤੌਰ ਮੁੱਖ ਮਹਿਮਾਨ ਅੱਜ ਪਹਿਲੇ ਰਾਜ ਪੱਧਰੀ ਸਮਾਗਮ 'ਚ ਇੱਥੇ ਪਹੁੰਚੇ ਨੇ। ਮੈਂ ਤਾੜੀਆਂ ਦੇ ਨਾਲ ਇੱਕ ਵਾਰ ਫਿਰ ਕਹਾਂਗਾ ਕਿ ਆਪਾਂ ਉਹਨਾਂ ਦਾ ਇਸ ਜਿਹੜੀ ਕਰਮਸ਼ੀਲ ਧਰਤੀ ਨੂੰ ਆਪਾਂ ਕਹਿ ਸਕਦੇ ਹਾਂ ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਿੱਥੇ ਆਪਾਂ ਅੰਦਰ ਆਡੀਟੋਰੀਅਮ ਦੇ ਵਿੱਚ ਅਗਰ ਇਸ PTU ਦੇ ਇਤਿਹਾਸ ਦੀ ਗੱਲ ਕੀਤੀ ਜਾਵੇ ਤਾਂ ਇਸ PTU ਦੇ ਵਿੱਚ ਇਹ ਜੋ ਰੌਣਕਾਂ ਲੱਗੀਆਂ ਨੇ ਤੇ ਇਸ ਦੇ ਜੋ ਸੂਤਰਧਾਰ ਨੇ ਕਿਤੇ ਨਾ ਕਿਤੇ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਨੇ, ਜੋ ਪਿਛਲੇ 3-3.5 ਸਾਲ ਤੋਂ ਇਸ ਡਿਪਾਰਟਮੈਂਟ ਦਾ ਕੰਮ ਦੇਖ ਰਹੇ ਸੀ। ਉਹਨਾਂ ਕੋਲ ਪੋਰਟਫੋਲੀਓ ਸੀ। ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਆਪਾਂ ਆਪੋ ਆਪਣੀ ਸੀਟ ਲੈ ਲਈਏ ਤਾਂ ਜੋ ਇਹ ਆਪਾਂ ਸਮਾਗਮ ਨੂੰ ਸ਼ੁਰੂ ਕਰ ਸਕੀਏ। ਸਾਰੀਆਂ ਸੀਟਸ ਈਅਰ ਮਾਰਕ ਕੀਤੀਆਂ ਹੋਈਆਂ। ਕਿਰਪਾ ਕਰਕੇ ਆਪਾਂ ਜਿੱਥੇ ਜਿੱਥੇ ਆਪਣੀ ਜਗ੍ਹਾ ਮਿਲਦੀ ਹੈ ਆਪਾਂ ਉੱਥੇ ਬੈਠਣ ਦੀ ਕਿਰਪਾਲਤਾ ਕਰੀਏ। ਮਾਨਯੋਗ ਮੁੱਖ ਮੰਤਰੀ ਜੀ ਦੀ ਇਜਾਜ਼ਤ ਦੇ ਨਾਲ ਅੱਜ ਦਾ ਇਹ ਸਮਾਗਮ ਮੈਂ ਸ਼ੁਰੂ ਕਰਦੇ ਹਾਂ। ਸਮੂਹ ਹਾਜ਼ਰੀਨ ਦੇ ਨਾਲ ਇਹ ਖੁਸ਼ੀ ਜ਼ਾਹਿਰ ਕਰ ਰਹੇ ਹਾਂ ਕਿ ਅੱਜ ਦੇ ਇਸ ਸਮਾਗਮ ਦੇ ਸਾਡੇ ਵਾਸਤੇ ਬਹੁਤ ਮਹੱਤਵ ਨੇ। ਅੱਜ ਦਾ ਜੋ ਇਹ ਸਮਾਗਮ ਹੈ ਇਹਦੇ ਦੋ ਮੁਬਾਰਕ ਮੌਕੇ ਅੱਜ ਆਪਾਂ ਇੱਥੇ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਕਿ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜਿਹੜੇ ਕਿ ਸਾਡੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਨੇ, ਪੰਜਾਬ ਸਰਕਾਰ ਦਾ ਇੱਕ ਤਹੱਈਆ ਹੈ ਕਿ ਉਹਨਾਂ ਦੇ ਜੀਵਨ ਬਾਰੇ, ਉਹਨਾਂ ਦੀਆਂ ਸਫਲਤਾਵਾਂ ਬਾਰੇ ਤੇ ਉਹਨਾਂ ਨੇ ਜੋ ਸੰਘਰਸ਼ ਕੀਤੇ ਨੇ ਉਹਦੇ ਬਾਰੇ ਹਰੇਕ ਪੰਜਾਬ ਵਾਸੀ, ਹਰੇਕ ਦੇਸ਼ ਵਾਸੀ, ਹਰੇਕ ਵਰਲਡ ਦੇ ਵਿੱਚ ਜਿੱਥੇ ਵੀ ਕਿਤੇ ਜੋ ਭਾਰਤ ਨੂੰ ਜਾਣਦਾ ਹੈ ਜਾਂ ਜਿਹਦਾ ਡੈਮੋਕ੍ਰੇਸੀ ਦੇ ਵਿੱਚ ਵਿਸ਼ਵਾਸ ਹੈ ਉਹਨੂੰ ਇਹਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਡਾਕਟਰ ਸਾਹਿਬ ਦੀ ਕੀ ਘਾਲਣਾਵਾਂ ਸਨ। ਸੋ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਨੂੰ ਉਜਾਗਰ ਕਰਨ ਵਾਸਤੇ, ਲੋਕਾਂ ਤੱਕ ਪਹੁੰਚਾਉਣ ਵਾਸਤੇ ਪੰਜਾਬ ਸਰਕਾਰ ਵੱਲੋਂ ਇਹ ਟੈਕਨੀਕਲ ਡਿਪਾਰਟਮੈਂਟ ਦਾ ਉਦਮ ਕਿ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੀ The land of lush green fields, ensconced between the Satluj and the Beas, lies the beautiful city of Kapurthala. Coming up here in the IK Gujral Technical University is an impressive museum, Baba Saheb Bhimrao Ambedkar. This premises is adorned by the attractive viewing tower styled in Pranam Mudra and the museum building with a magnificent national emblem in the center. We enter through a grand gateway reminiscent of our independence, and walking through the green manicured lawns we reach the majestic Pranam Mudra viewing tower, reflective of our rich culture, which warmly welcomes the visitors. The reception on the ground floor of this building
provides information about the premises. Organized in 5 zones, the museum houses one central installation with 4 other zones depicting distinct parts of Baba Saheb's life. In the first zone, the prism roof made of glass splits the natural light into a spectrum, symbolizing Baba Saheb's 7 attributes. It includes a child's curiosity, a social reformer's compassion, persistent efforts for change, writings emerging from knowledge, actions coming from awareness, devotion to nation building, and his great legacy. We get glimpses of Baba Saheb's life in the next zone. The journey of Dr. Ambedkar's inspiring leadership is depicted through an art installation in the next section. Here we learn about his family, education, and early life. Education and books had an important place in Baba Saheb's life. A spacious library has been created, canopied by a tree, symbolizing knowledge. Here we can read digital and real books written by him and also the ones dedicated to him. Baba Saheb's personal library in Rajgarh had 50,000 books. A representative presentation of that has been made here. A kinetic installation supported by extended LEDs tells us about Baba Saheb's life and his contributions, which is reflective of his lofty personality. Baba Saheb had been honored not only in India but internationally too. His statues have been installed in many parts of the world. In this section, a collection of his awards and honors is on display, along with his sculptures. The young Bhim Rao had a deep understanding of the social discrimination of his time. His sensitive heart led him to undertake many effective efforts to get rid of these social ills. In the third section of this part, an attempt has been made to present the society of that time through the eyes of Bhim Rao. His journey to Punjab has been presented as a part of his nationwide tour. When he understood the heart and soul of this place, and through his addresses, he attempted to bring about awareness. His socio-economic reforms have been depicted through an art installation of a dandelion. The dandelion being a symbol of the growing influence of his views. Baba Saheb had built many social political organizations to bring about socio-economic reforms. We learn about these in the next zone through original newspapers on display as well as through various digital installations. In the fourth zone, Baba Saheb has been shown as the architect of the Constitution. Here, in the first section, we view the Constitution through the eyes of Baba Saheb. Here we get significant information related to the making of the Constitution in many interesting ways. The preamble to the Constitution can be understood in detail in the next section. We can scan and save a copy of the preamble in our phones in the language of our choice. In the next zone, we express our gratitude to him for this precious gift. The Constitution of India is a priceless gift to all of us by Dr. Ambedkar. The various stages of the making of the Constitution and the signatures of all the members on the original copy has been exhibited through a large installation in this zone. An attempt has been made to present alive the meetings of the Constituent Assembly. Special mention has been made of the members of the drafting committee from Punjab. The far-sightedness of the Constitution protects every citizen of our nation. The large immersive presentation in the next zone explains all the helplines. Baba Saheb's views have influenced many Supreme Court judgments. These have been shown here through digital panels. Baba Saheb's views and thinking is reflected till date in the working of the Reserve Bank of India and the Social Welfare Ministry. His legacy is presented in this section. Not only India, but nations and institutions across the world are influenced by the ideology of Dr. Ambedkar. An absorbing collection of this is available here. Whether it is individual growth or nation development, Dr. Ambedkar believed that education played a very important role in both. His message of educate, agitate and organize has been exhibited here in an inspiring way. He believed that only a united nation is able to develop and prosper.
He therefore encouraged and motivated the people of the nation to eradicate social discrimination and be united. His strong views on national unity have been presented through robotics in this zone. Now we move to the final zone of the museum, where we hear the last speech that he gave in the Parliament. Spellbound by his power of words, we come out of the museum. Before you leave, please do visit the Pranam Tower, where a few more interesting experiences await you. You have the opportunity to purchase memorabilia from the souvenir shop. And here's a cafe to relax with a cup of tea and some refreshments. Let's go to the top of the tower for not only an arresting view of the magnificent museum building, but also of the entire Kapurthala town. Sunset adds more charm to the place when magic is created by the grand laser and projection shows held at the Pranam Tower. With this, we complete our wonderful tour, carrying incredible memories of the charming town of Kapurthala. ਮਾਣਯੋਗ ਮੁੱਖ ਮੰਤਰੀ ਪੰਜਾਬ ਜੀ, ਅਸੀਂ ਤੁਹਾਨੂੰ ਕਪੂਰਥਲੇ ਦੀ ਪਹਿਲੀ ਫੇਰੀ ਤੇ ਜੀ ਆਇਆਂ ਆਖਦੇ ਹਾਂ। ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਹੁਨਰਮੰਦ ਬਣਾ ਕੇ ਰੁਜ਼ਗਾਰ ਮੁਹੱਈਆ ਕਰਾਉਣ ਅਤੇ ਆਪਣੇ ਕਾਰੋਬਾਰ ਸਥਾਪਿਤ ਕਰਨ ਵਿੱਚ ਸਹਾਇਤਾ ਦੇਣ ਲਈ ਵੱਡੀ ਮੁਹਿੰਮ ਚਲਾਈ ਗਈ, ਜਿਸ ਨਾਲ ਮੇਰੇ ਵਰਗੇ ਲੱਖਾਂ ਨੌਜਵਾਨਾਂ, ਮੁੰਡੇ ਕੁੜੀਆਂ ਨੂੰ ਨੌਕਰੀਆਂ ਮਿਲੀਆਂ। ਤਕਨੀਕੀ ਸਿੱਖਿਆ ਵਿਭਾਗ ਅਤੇ ਹਰ ਜ਼ਿਲ੍ਹੇ ਦੇ ਵਿੱਚ ਕਾਇਮ ਕੀਤੀਆਂ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਉਹਨਾਂ ਦੇ ਹੁਨਰ ਮੁਤਾਬਿਕ ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਲਈ ਕੋਚਿੰਗ, ਵਿਦੇਸ਼ ਜਾ ਕੇ ਪੜ੍ਹਨ ਲਈ ਸਿਖਲਾਈ, ਕੈਰੀਅਰ ਕਾਉਂਸਲਿੰਗ ਆਦਿ ਵਰਗੇ ਪ੍ਰੋਗਰਾਮ ਰਾਹੀਂ ਰਾਹ ਦਸੇਰਾ ਬਣੇ ਹਨ। ਇੱਕ ਵਿਦਿਆਰਥਣ ਹੋਣ ਦੇ ਨਾਤੇ ਮੈਨੂੰ ਇਸ ਗੱਲ ਦਾ ਪਤਾ ਹੈ ਕਿ ਅਨੇਕਾਂ ਵਿਦਿਆਰਥੀਆਂ ਨੂੰ 10ਵੀਂ ਅਤੇ 12ਵੀਂ ਤੋਂ ਬਾਅਦ ਕੈਰੀਅਰ ਦੀ ਚੋਣ ਅਤੇ ਸਵੈ ਰੋਜ਼ਗਾਰ ਲਈ ਸਕਿੱਲ ਵਿਕਸਿਤ ਕਰਨ ਲਈ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸੰਚਾਰ ਸਾਧਨਾਂ ਰਾਹੀਂ ਹਰ ਵਿਦਿਆਰਥੀ ਤੱਕ ਪਹੁੰਚ ਕੀਤੀ ਗਈ ਹੈ। ਅੱਜ ਦੇ ਇਸ ਪ੍ਰੋਗਰਾਮ ਦੌਰਾਨ ਜਿਨ੍ਹਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਮਿਲੇ ਹਨ, ਮੈਂ ਉਹਨਾਂ ਅਤੇ ਪੰਜਾਬ ਸਰਕਾਰ ਦੇ ਉਦਮ ਸਦਕਾ ਸਰਕਾਰੀ ਅਤੇ ਵੱਖ-ਵੱਖ ਨਾਮੀ ਕੰਪਨੀਆਂ ਵਿੱਚ ਰੋਜ਼ਗਾਰ ਪ੍ਰਾਪਤ ਕਰਨ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੱਲੋਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਮੈਨੂੰ ਆਸ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮੈਗਾ ਰੋਜ਼ਗਾਰ ਮੇਲੇ ਭਵਿੱਖ ਵਿੱਚ ਵੀ ਲੱਖਾਂ ਨੌਜਵਾਨਾਂ ਦੀ ਜ਼ਿੰਦਗੀ ਰੋਸ਼ਨਾਉਣਗੇ। ਧੰਨਵਾਦ। ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਜਿਹੜੇ ਕੈਂਡੀਡੇਟਸ ਨੇ ਸਰਕਾਰੀ ਨੌਕਰੀਆਂ ਪ੍ਰਾਪਤ ਕੀਤੀਆਂ ਨੇ, ਉਹਨਾਂ ਦੇ ਵਿੱਚ ਅੱਜ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਮੈਂ ਮੁੱਖ ਸੇਵਾਦਾਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਦੇ ਨਾਲ ਲੱਗਦੀ ਪਹਿਲੀ ਵਾਰ ਆਪਣੇ ਲਈ ਚਾਨਣ ਮੁਨਾਰਾ ਡਾਕਟਰ ਅੰਬੇਦਕਰ ਜੀ ਦਾ ਮਿਊਜ਼ੀਅਮ ਦਾ ਉਦਘਾਟਨ ਕਰਨ ਦਾ ਮਾਣ ਪ੍ਰਾਪਤ ਕਰ ਰਿਹਾ। ਅੰਬੇਦਕਰ ਸਾਹਿਬ ਦੀ ਸ਼ਖਸੀਅਤ ਇੱਕ ਐਸੀ ਸ਼ਖਸੀਅਤ ਹੈ ਜਿਸ ਤੋਂ ਸਾਨੂੰ ਪ੍ਰੇਰਨਾ ਮਿਲਦੀ ਹੈ ਕਿ ਤੁਸੀਂ ਕਿਸੇ ਵੀ ਗਰੀਬ, ਲਤਾੜੇ ਹੋਏ, ਅਜਿਹੀ ਜਿਹੀ ਹਾਲਤ ਵਿੱਚ ਵੀ ਪੈਦਾ ਹੋ, ਤੁਸੀਂ ਸਿਖਰ ਤੇ ਪਹੁੰਚ ਸਕਦੇ ਹੋ। ਜ਼ਰੂਰੀ ਨਹੀਂ ਤੁਹਾਨੂੰ ਬਹੁਤ ਚੰਗਾ ਇਨਵਾਇਰਨਮੈਂਟ ਮਿਲੇ ਅੱਗੇ ਵਧਣ ਵਾਸਤੇ। ਸੰਘਰਸ਼
ਦ੍ਰਿੜਤਾ ਨਿਸ਼ਠਾ ਹੋਣੀ ਚਾਹੀਦੀ ਹੈ ਅੱਗੇ ਵਧਣ ਲਈ, ਤੇ ਤੁਸੀਂ ਅੱਗੇ ਵਧ ਸਕਦੇ ਹੋ। ਬਿਲਕੁਲ ਗਰੀਬ ਪਰਿਵਾਰ 'ਚ ਪੈਦਾ ਹੋ ਕੇ ਉਹਨਾਂ ਨੇ ਸਿਖਰ ਦੀ ਪੜ੍ਹਾਈ ਕੀਤੀ, ਔਰ ਸਭ ਤੋਂ ਬੜੀ ਗੱਲ ਇਹ ਹੈ ਕਿ ਅਖੀਰ ਤੱਕ ਪੜ੍ਹਦੇ ਰਹੇ ਆਪਣੇ ਜੀਵਨ ਦੇ ਵਿੱਚ। ਆਪਣੇ ਆਪ ਨੂੰ ਸਟਰੈਂਥਨ ਕਰਨਾ ਲਗਾਤਾਰ ਜਾਰੀ ਰੱਖਣਾ ਚਾਹੀਦਾ ਹੈ। ਨੌਜਵਾਨ ਵੀਰ ਮੇਰੇ ਭੈਣਾਂ ਇੱਥੇ ਬੈਠੀਆਂ, ਬੱਚੇ ਬੈਠੇ ਹੈ, ਇਹਨਾਂ ਕਰਕੇ ਮੈਂ ਇਹ ਇੱਕ ਦੋ ਗੱਲਾਂ ਕਰਨੀਆਂ ਚਾਹੁੰਦਾ। ਜਦ ਅਸੀਂ ਅੰਬੇਦਕਰ ਸਾਹਿਬ ਵੱਲ ਨੂੰ ਦੇਖਦੇ ਹਾਂ ਤਾਂ ਸਾਨੂੰ ਇਹ ਸੋਚ ਮਿਲਦੀ ਹੈ ਜਿਹੜਾ ਉਹਨਾਂ ਨੇ ਕਿਹਾ ਕਿ ਪੜ੍ਹੋ, ਜੋੜੋ ਤੇ ਸੰਘਰਸ਼ ਕਰੋ। ਜ਼ਿੰਦਗੀ ਦੇ ਵਿੱਚ ਅੱਗੇ ਵਧਣ ਵਾਸਤੇ ਲਗਾਤਾਰ ਆਪਣੇ ਆਪ ਨੂੰ ਸਟਰੈਂਥਨ ਕਰਦੇ ਰਹਿਣਾ ਜ਼ਰੂਰੀ ਹੈ, ਜਿਸ ਤਰ੍ਹਾਂ ਉਹਨਾਂ ਨੇ ਕੀਤਾ ਹੈ। ਉਹਨਾਂ ਦੇ ਹਾਲਾਤ ਜਿਸ ਤਰੀਕੇ ਦੇ ਸੀਗੇ, ਉਦੋਂ ਤਾਂ ਮਤਲਬ ਇਹ ਸੀ ਕਿ ਤੁਹਾਨੂੰ ਪਾਣੀ ਨਹੀਂ ਸੀ ਖੂਹ ਤੋਂ ਭਰਨ ਦਿੰਦੇ, ਦੂਰ ਹੀ ਬੈਠਣਾ ਪੈਂਦਾ ਸੀ। ਜੇ ਕੋਈ ਵੱਡਾ ਬੰਦਾ ਆ ਰਿਹਾ ਤਾਂ ਤੁਹਾਨੂੰ ਪਾਸੇ ਹੋਣਾ ਪੈਂਦਾ ਸੀ, ਨਹੀਂ ਤਾਂ ਫਿਰ ਕੋੜੇ ਖਾਣੇ ਪੈਂਦੇ ਸੀ। ਊਚ ਨੀਚਤਾ ਦਾ ਇੰਨਾ ਪ੍ਰਭਾਵ ਸੀ। ਅੱਜ ਤਾਂ ਉਹਨਾਂ ਦੀ ਦੇਣ ਹੈ, ਆ ਡੈਮੋਕ੍ਰੇਸੀ ਦੀ ਦੇਣ ਹੈ, ਜਵਾਹਰ ਲਾਲ ਨਹਿਰੂ ਵਰਗੀ ਚੰਗੀ ਸੋਚ ਵਰਗੇ ਬੰਦਿਆਂ ਦੀ ਦੇਣ ਹੈ ਉਹਨਾਂ ਦੇ ਨਾਲ, ਕਿ ਅੱਜ ਅਸੀਂ ਕਿਸ ਤਰੀਕੇ ਦੇ ਨਾਲ ਇਕੱਠੇ ਬੈਠੇ ਇੱਕ ਗੁਲਦਸਤਾ ਬਣੀ ਬੈਠੇ ਹਾਂ। ਅਸੀਂ ਉਦੋਂ ਨਹੀਂ ਸੀ, ਲੇਕਿਨ ਉਹਨਾਂ ਹਾਲਾਤਾਂ ਵਿੱਚ ਵੀ ਅੱਗੇ ਵਧੇ। ਹਾਲਾਤ ਕਹੇ ਜੇ ਵੀ ਹੋਣ, ਤੁਹਾਨੂੰ ਇੱਕ ਟੀਚਾ ਬਣਾ ਕੇ ਅੱਗੇ ਵਧਣਾ ਪਏਗਾ, ਤੁਸੀਂ ਵਧੋਗੇ। मंजिल उन्हीं को मिलती है जिनके सपनों में जान होती है। खाली पंखों से कुछ नहीं होता, हौसलों से परवान होती है। हौसले रखने पैणगे नौजवानों नूं अगे बढ़न वास्ते। मैं भी इसी तरह पढ़िया इन्हां नूं देख देख के। मेरे पास भी इन्ने साधन नहीं सी, लेकिन मैं पढ़िया है और अज तक पढ़ रहे हैं। अपने आप को हर रोज़ कोशिश करदा कि अपने आप को स्ट्रैंथन करा, ताकत लेके आवां अपने आप च। खाली दिमागी जिस्मानी हर तरह की कोशिश तुहानूं करते रहना पेगा। जब मैं पढ़न जांदा सी तां मैनूं पहलां बापू दे नाल टेंट लाउण जाना पैंदा सी सवेरे सवेरे, फिर स्कूल जांदा सी मैं या कालेज। जब मैं कालेज विच सी तां 2 मੱਝਾਂ ਦਾ टोका एक हफ्ते का करके रख के जाना पैंदा सी घर, ਜਿਹੜਾ ਬਾਅਦ ਦੇ ਵਿੱਚ ਚੱਲਦਾ ਸੀ, ਤੇ ਅਗਲੇ ਹਫਤੇ ਫੇਰ ਆ ਕੇ ਕਰਨਾ ਹੈ। ਇਹ ਮਿਹਨਤ ਲਗਾਤਾਰ ਇਸ ਤਰ੍ਹਾਂ ਇਹਨਾਂ ਹਾਲਾਤਾਂ 'ਚੋਂ ਵੀ ਤੁਸੀਂ ਅੱਗੇ ਨਿਕਲ ਸਕਦੇ ਹੋ। ਮੈਂ ਉਹਨਾਂ ਨੌਜਵਾਨਾਂ ਨੂੰ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਹਾਲਾਤਾਂ 'ਚੋਂ ਅੱਗੇ ਵੱਧ ਸਕਦੇ ਹੋ। ਤੁਹਾਡਾ ਟੀਚਾ ਹੋਣਾ ਚਾਹੀਦਾ ਹੈ। ਮੇਰੀ ਸਕੂਲ ਦੇ ਵਿੱਚ ਕਦੇ ਫੀਸ ਹੀ ਨਹੀਂ ਲੱਗੀ। ਪਹਿਲਾਂ ਤਾਂ ਰਿਜ਼ਰਵੇਸ਼ਨ ਕਰਕੇ ਮਾਫ ਹੁੰਦੀ ਸੀ, ਉਸ ਤੋਂ ਬਾਅਦ ਮੈਂ ਖੇਲਣ ਲੱਗ ਗਿਆ। ਕਾਲਜ ਦੇ ਵਿੱਚ ਮੈਂ ਸਿਰਫ ਇੱਕ ਵਾਰ ਫੀਸ ਦਿੱਤੀ ਹੈ, ਉਸ ਤੋਂ ਬਾਅਦ ਸਪੋਰਟਸ ਬੇਸ ਤੇ ਮੇਰੀ ਐਡਮਿਸ਼ਨ ਰਹੀ ਹੈ। 26 ਰੁਪਏ ਮੇਰੀ ਟੋਟਲ ਫੀਸ ਲੱਗਦੀ ਸੀ ਸਾਲ ਦੀ। ਫੀਸ ਵੀ ਫ੍ਰੀ ਤੇ ਕੱਪੜੇ ਵੀ ਫ੍ਰੀ। 150 ਰੁਪਇਆ ਮੈਨੂੰ ਨਾਲ ਕਾਲਜ ਸਟੈਪੈਂਡ ਦਿੰਦਾ ਸੀ ਪੜ੍ਹਨ ਦਾ। ਉਹਨਾਂ ਦੇ ਕਾਲਜ ਦੇ ਵਿੱਚ 150 ਰੁਪਏ ਦੇ ਨਾਲ ਹੀ ਮੈਂ ਆਪਣਾ ਖਰਚਾ ਕਰਦਾ ਸੀ। ਮੈਂ ਆਪਣੇ ਮਾਪਿਆਂ ਤੇ ਫਿਰ ਕਦੇ ਪੈਸਾ ਨਹੀਂ ਲਿਆ। ਜਦ ਮੈਂ 10ਵੀਂ ਕ੍ਰੋਸ ਕਰ ਗਿਆ, ਫਿਰ ਵਜ਼ੀਫੇ ਪਰੇ ਕੰਮ ਚੱਲਿਆ। ਅਬ ਵਜ਼ੀਫਾ ਖੇਡਾਂ ਦਾ, ਉਹਦੇ ਨਾਲ ਪੜ੍ਹਦਾ ਸੀ ਮੈਂ। ਹੈਂਡਬਾਲ ਖੇਡਦਾ ਰਿਹਾ, 3 ਵਾਰ ਅਸੀਂ 골ਡ ਮੈਡਲ ਜਿੱਤਿਆ ਹੈਂਡਬਾਲ ਦੇ ਵਿੱਚ ਪੰਜਾਬ ਯੂਨੀਵਰਸਿਟੀ ਤੋਂ। ਪਹਿਲਾਂ ਮੈਂ BA ਕੀਤੀ, ਫਿਰ ਲਾਅ ਕਰ ਲਿਆ। ਜਦ ਮੈਂ ਪਹਿਲੀ ਵਾਰ MLA ਬਣਿਆ ਤਾਂ ਮੈਂ MBA ਕੀਤੀ PTU ਤੋਂ। ਮੈਂ ਇਹਦਾ ਸਟੂਡੈਂਟ ਵੀ ਹਾਂ। ਜਦ ਮੈਂ ਦੂਸਰੀ ਵਾਰ MLA ਬਣਿਆ ਤਾਂ ਮੈਂ ਪੰਜਾਬ ਯੂਨੀਵਰਸਿਟੀ ਤੋਂ MA ਕੀਤੀ ਪੋਲੀਟੀਕਲ ਸਾਇੰਸ ਦੀ। ਜਿਸ ਦਿਨ ਟਿਕਟਾਂ ਵੰਡਣੀਆਂ ਸੀ, ਦੇਖੋ ਤੁਸੀਂ ਹੈਰਾਨੀ ਦੀ ਗੱਲ, ਉੱਧਰ ਟਿਕਟਾਂ ਵੰਡਣੇ ਦੀ ਮੀਟਿੰਗ ਹੋਣੀ ਸੀ, ਉੱਧਰ ਮੇਰਾ ਪੇਪਰ ਸੀਗਾ।
मैं क्या जी मैं तो पेपर जाना है। कहते कल नूं मीटिंग है, नहीं मिस कर सकता। मैं क्या पेपर भी नहीं मिस कर सकता। कितनी ग्रेटनेस है राहुल गांधी दी। कहते मेरा जहाज ले जा। मैं उन्होंने जहाज पर आ गया। मेरा भी निष्ठा सी, ਉਹਦੀ भी दयालता सी कि मैनू जहाज देता अपना। मैं उन्होंने जहाज पर आके अपने टीचर ਨੂੰ ਉੱਥੇ ਹੀ ਬੁਲਾਇਆ। ਰਸਤੇ ਵਿੱਚ ਅਸੀਂ ਪੜ੍ਹਦੇ ਆਏ, ਸਵੇਰੇ ਪੇਪਰ ਦਿੱਤਾ, ਸਾਰੀ ਰਾਤ ਸੁੱਤਾ ਨਹੀਂ। ਪੇਪਰ ਦੇ ਕੇ ਮੈਂ ਫਿਰ ਮੁੜ ਗਿਆ, ਐਮਏ ਪਾਸ ਹੋ ਗਿਆ। ਹੁਣ ਮੈਂ PhD ਕਰ ਰਿਹਾ ਤੇ ਉਹ ਵੀ ਪੰਜਾਬ ਯੂਨੀਵਰਸਿਟੀ ਤੋਂ ਇੰਡੀਅਨ ਨੈਸ਼ਨਲ ਕਾਂਗਰਸ ਤੇ ਕਰ ਰਿਹਾ। ਰਾਤ ਮੈਂ 2 ਵਜੇ ਵਿਹਲਾ ਹੋਇਆ, 2 ਤੋਂ 3 ਆਪਣੇ ਟੀਚਰ ਦੇ ਨਾਲ ਬੈਠਿਆ, ਕਿਉਂਕਿ ਮੈਂ ਕਿਸੇ ਤਰ੍ਹਾਂ ਵੀ ਦਸੰਬਰ ਦੇ ਵਿੱਚ ਆਪਣਾ ਥੀਸਿਸ ਸਬਮਿਟ ਕਰਨਾ ਹੈ। ਸੋ ਜਦ ਤੁਸੀਂ ਨਿਸ਼ਚਾ ਕਰੋਗੇ ਤਾਂ ਜ਼ਰੂਰ ਤਰੱਕੀ ਮਿਲੇਗੀ। मंजिल मिल ही जाएगी एक दिन, भटकते भटकते ही सही। गुमराह तो वो हैं जो घर से निकले ही नहीं। सो नौजवान दोस्तों, आज थानू जॉब मिली है। ये कोई आखिरी जॉब नहीं है जी। अज 15-20 हज़ार 25 हज़ार 50 हज़ार दी मिली है। तरक्की करो, और बहुत दुनिया पई है सितारों से आगे जहां और भी हैं। थानू लगातार अपने आप को बिल्ड करना है। जेडे अज क्लर्क लगे हैं, मेरा भाई मनमोहन सिंह वो लग्या सी जेई ओवरसीर कहते सी, उदों डिप्लोमा करके। उस तो बाद उन्होंने नौकरी दे विच डिग्री की, फिर BA की, फिर लॉ किया, फिर इंजीनियरिंग की बड़ी डिग्री की, इंजीनियर इन चीफ हुण रिटायर होया। मतलब सब तो छोटी पौड़ी तो उतर के सब तो लास्ट पौड़ी ते गया। उसका कारण क्या है कि लगातार अपने आप को स्ट्रेंथन करता रहा। इसलिए मैं पंजाब के नौजवान नूं बेनती करना चाहता है कि ਉਹਦੇ ਵੱਲ देखो। आ मेरी फोटो लगी भी इस ਉਹਦੇ सामने बाबा अंबेडकर जी दे। मैं क्या यार जिन्हें आह बनाया, मैं नहीं बनाया ये डिजाइन। मैनू बड़ा चंगा लग्या कि मैं ਉਹਦੇ ਵੱਲ ਨੂੰ देख रहा तो वो मेरे ਵੱਲ ਨੂੰ देख रहे। ਉਹਦੀ ਜ਼ਿੰਦਗੀ ਨੂੰ ਪੜੋ, ਉਸ ਤੋਂ ਸਿੱਖਿਆ ਲਓ, ਜ਼ਿੰਦਗੀ ਦੇ ਵਿੱਚ ਸੰਘਰਸ਼ ਕਰੋ ਤੇ ਫਿਰ ਅੱਗੇ ਵਧੋ। ਪੰਜਾਬ ਸਰਕਾਰ ਤੁਹਾਡੇ ਨਾਲ। ਜੋ ਪੰਜਾਬ ਸਰਕਾਰ ਤੋਂ ਕਰਾਉਣਾ ਚਾਹੁੰਦੇ ਹੈ ਮੈਨੂੰ ਦੱਸੋ, ਮੈਂ ਤੁਹਾਡੇ ਵਾਸਤੇ ਹਾਜ਼ਰ ਹਾਂ ਵਿੱਚ ਬੈਠਾ। ਮੇਰਾ ਕਿਹੜੇ ਟੈਲੀਫੋਨ ਬੰਦ ਹੁੰਦਾ? ਇਹ ਹੋ ਸਕਦਾ ਕਿ ਵੀ ਕਈ ਵਾਰ ਮੈਂ ਇੱਥੇ ਲੈਕਚਰ ਕਰ ਰਿਹਾ, ਉੱਥੇ ਕਾਲ ਮਿਸ ਹੋ ਜੇ, लेकिन खुला है हर टाइम, दिन रात खुला है। नाले रात मैनू 1:30 बजे एक टेलीफोन आ गया, बाई जी गलती माफ पाई से, मैं तेन कहता रात को कर लिया। मैंने नहीं, मेरे वास्ते तो सवेरे ही कर लै 1:30 बजे। मैं कईयां नूं कहना यार दिन च कर ले कर, पर कईयां दी आदत है कि रात नहीं करना। एक बाहर तो आ गया रात टेलीफोन, इस तरह कि मैनू आदत है कि मैं बैल बंद करके नहीं सो सकता टेलीफोन की, क्योंकि किसी को जरूरत हो सकती है रात को। उन्हें मैनू ना करे ना मैं चक्या तो पता नहीं कही जी एमरजेंसी हो। लेकिन फिर 1:30 बजे वाला जो जगा दिंदा है, फिर 2 बजे वाला जगा दिंदा, फिर नींद नहीं होती पूरी। पर यह है कि मैं अपनी आदत पर मजबूर है कि मैं टेलीफोन बंद करके नहीं सो सकता, क्योंकि पता नहीं किहदा आ जाना जरूरत वाले नूं। मैं लिख के कुछ होर लिया सी, और मैनू मेरे अफसर कहते यार असीं लिख के कुछ होर दिंदे, तुसीं बोल कुछ होर आउंदे हो। मैनू नहीं आता पसंद लिखिया वा, मैं अपने दिल ते बोलदा है, जो मेरे अंदर है मैं वो बोलना है। मेरे अंदर ये है कि मैं पंजाब नूं अगे लेके जाना चाहता है। मैनू तुसीं मुख मंत्री बनाता, मेरे भांडे विच तां इन्नी जगह भी नहीं सी जिन्नी तुसीं पाती है। लेकिन हुण मैं उन्हां दे भांडे भरना चाहता
ਜਿਨ੍ਹਾਂ ਦੇ ਭਾਂਡੇ ਅੱਜ ਤੱਕ ਨਹੀਂ ਭਰੇ, ਖਾਲੀ ਪੇ ਢੀਕ ਰਹੇ ਪਾੜੇ। ਮੈਂ ਉਹਨਾਂ ਪੰਜਾਬੀਆਂ ਨੂੰ, ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਅੱਗੇ ਲੈ ਕੇ ਜਾਣਾ ਚਾਹੁੰਦਾ ਜਿਨ੍ਹਾਂ ਨੂੰ ਓਪਰਚੁਨਿਟੀ ਨਹੀਂ ਮਿਲ ਰਹੀ। ਮੈਂ ਉਹਨਾਂ ਨੂੰ ਓਪਰਚੁਨਿਟੀ ਦੇਣਾ ਚਾਹੁੰਦਾ ਕਿ ਆਓ, ਆ ਸਟੇਜ ਖਾਲੀ ਆ, ਤੁਸੀਂ ਬੈਠੋ। ਜੇ ਮੈਂ ਬਣ ਸਕਦਾ ਮੁੱਖ ਮੰਤਰੀ, ਜਿਹਦਾ ਬਾਪ ਦਾਦਾ ਰਿਹਾ ਹੀ ਕੁਛ ਨਹੀਂ, ਜਿਹਦਾ ਬਾਪ ਦਾਦਾ ਕਦੇ ਮੰਤਰੀ ਨਹੀਂ ਰਿਹਾ, ਮੁੱਖ ਮੰਤਰੀ ਨਹੀਂ ਰਿਹਾ, ਸੋਚ ਹੀ ਨਹੀਂ ਸੀ, ਫਿਰ ਤੁਸੀਂ ਕਿਉਂ ਨਹੀਂ ਬਣ ਸਕਦੇ? ਯਾਰ ਤੁਸੀਂ ਤਾਂ ਮੇਰੇ ਨਾਲ ਸਾਰੇ ਚੰਗੇ ਹੋ। ਜਿਹੜੇ ਮੇਰੇ ਹਾਲਾਤ ਸੀ, ਜੇ ਉਹਨਾਂ ਹਾਲਾਤਾਂ 'ਚ ਤੁਹਾਨੂੰ ਰੱਖਾਂ ਤਾਂ ਤੁਸੀਂ ਬਹੁਤ ਉੱਪਰ ਹੋ। ਤੁਸੀਂ ਮੇਰੇ ਤੋਂ ਬਹੁਤ ਅੱਗੇ ਜਾ ਸਕਦੇ ਹੋ। ਨੌਜਵਾਨੋ, ਤੁਸੀਂ ਪੰਜਾਬ ਨੂੰ ਅੱਗੇ ਲੈ ਕੇ ਜਾਓਗੇ। ਬਹੁਤ ਸੰਘਰਸ਼ ਕਰਨਾ ਪਏਗਾ। ਅੰਬੇਦਕਰ ਵੱਲ ਨੂੰ ਦੇਖ ਕੇ ਸੋਚ ਰੱਖਣੀ ਪਏਗੀ। ਉਹ ਅੰਬੇਦਕਰ ਜੀ ਨੇ ਲਾਅ ਕਰ ਲਿਆ ਸੀ, ਆਖਰੀ ਬਾਹਰੋਂ ਡਿਗਰੀ ਲੈ ਲਈ, ਲੇਕਿਨ ਫਿਰ ਇਕਨੋਮਿਕਸ ਪੜ੍ਹਨ ਲੱਗ ਗਏ। ਉਹ ਕਹਿੰਦੇ ਇਹਦੇ 'ਚ ਵੀ ਮਹਾਰਤ ਕਰਨੀ ਹੈ। ਹਰ ਚੀਜ਼ ਦੇ ਵਿੱਚ ਮਹਾਰਤ ਤੁਹਾਨੂੰ ਲੈ ਕੇ ਆਣੀ ਪਏਗੀ, ਤਾਂ ਤੁਸੀਂ ਅੱਗੇ ਵਧੋਗੇ, ਤਾਂ ਪੰਜਾਬ ਤਰੱਕੀ ਕਰੇਗਾ। ਜਿਹੜਾ ਥੱਲੇ ਬੈਠਾ ਹੈ ਉਸ ਨੂੰ ਖਿੱਚ ਕੇ ਉੱਪਰ ਕਰਨਾ ਹੈ, ਉਹਨੂੰ ਨਾਲ ਲਿਆਉਣਾ ਹੈ, ਖੜਾ ਕਰਨਾ ਹੈ, ਤਾਂ ਤੁਹਾਡੀ ਤਾਕਤ ਹੋਏਗੀ। ਇੱਕ ਦੂਜੇ ਦੀ ਤਾਕਤ ਦੇ ਨਾਲ ਪੰਜਾਬ ਅੱਗੇ ਵਧੇਗਾ, ਸਦਭਾਵਨਾ ਦੇ ਨਾਲ। ਸੋ ਅੱਜ ਅਸੀਂ 150 ਕਰੋੜ ਰੁਪਈਆ ਲਗਾ ਕੇ ਅੰਬੇਦਕਰ ਸਾਹਿਬ ਦਾ ਮਿਊਜ਼ੀਅਮ ਇੱਥੇ ਤਿਆਰ ਕਰ ਰਹੇ, ਤਾਂ ਕਿ ਮੇਰੇ ਪੰਜਾਬ ਦੇ, ਦੇਸ਼ ਦੇ, ਦੁਨੀਆ ਦੇ ਲੋਕ ਆ ਕੇ ਦੇਖਣ ਤੇ ਉਸ ਤੋਂ ਸਿੱਖਣ ਕਿ ਕਿਸ ਤਰ੍ਹਾਂ ਅੱਗੇ ਵਧਣਾ ਹੁੰਦਾ ਹੈ ਤੇ ਕਿਆ ਕਿਆ ਉਹਨਾਂ ਦੇ ਗੁਣ ਸੀ, ਉਹਨਾਂ ਨੂੰ ਗ੍ਰਹਿਣ ਕਰਨ। ਕਿਸ ਤਰ੍ਹਾਂ ਉਹਨਾਂ ਨੇ ਕਨਸਟੀਟਿਊਸ਼ਨ ਲਿਖਿਆ, ਕਿਸ ਤਰ੍ਹਾਂ ਕਨਸਟੀਟਿਊਸ਼ਨ ਦੀ ਕਿਆ ਭਾਵਨਾ ਹੈ, ਕਿਸ ਤਰ੍ਹਾਂ ਏਕਤਾ ਅਤੇ ਅਖੰਡਤਾ ਦੇਸ਼ ਦੀ ਨੂੰ ਕਾਇਮ ਰੱਖਣਾ ਹੈ, ਕਿਸ ਤਰ੍ਹਾਂ ਅਸੀਂ ਆਪਣੇ ਦੇਸ਼ ਨੂੰ ਮੂਹਰੇ ਰੱਖ ਕੇ ਦੇਸ਼ ਦੇ ਝੰਡੇ ਨੂੰ ਬੁਲੰਦ ਕਰਨਾ ਹੈ। ਉਹ ਅਸੀਂ ਇਸ ਮਿਊਜ਼ੀਅਮ ਵਿੱਚੋਂ ਆ ਕੇ ਦੇਖਾਂਗੇ ਤੇ ਸਿੱਖਾਂਗੇ ਤੇ ਅੱਗੇ ਵਧਾਂਗੇ। ਮੈਨੂੰ ਹੁਣ ਇੱਥੇ ਬੋਲ ਰਹੇ ਸੀ ਕਿ ਜੀ ਇਹਨੂੰ ਸਾਰਾ ਕੁਝ ਇਹ ਆਰਕੀਟੈਕਟ ਇਹਨਾਂ ਨੇ ਕੀਤਾ ਹੈ। ਅਸੀਂ ਡਿਸਕਸ ਕਰਨ ਲੱਗੇ ਕਿ ਜੀ ਇਹ ਮਿਊਜ਼ੀਅਮ ਬਣਾਉਣਾ ਮੇਰੀ ਦਿਲ ਦੀ ਸੋਚ ਹੈ ਵੀ ਆਪਾਂ ਬਣਾਉਣਾ। ਮੈਂ ਧੰਨਵਾਦ ਕਰਦਾ ਪਿਛਲੇ ਮੁੱਖ ਮੰਤਰੀ ਜੀ ਦਾ। ਮੈਂ ਉਹਨਾਂ ਨੂੰ ਜਾ ਕੇ ਕਿਹਾ, ਉਹ ਕਹਿੰਦੇ ਬਣਨਾ ਜ਼ਰੂਰੀ ਹੈ, ਬਣਾਓ। ਮੈਨੂੰ ਉਹਨਾਂ ਨੇ ਹੱਲਾਸ਼ੇਰੀ ਦਿੱਤੀ, ਕੈਪਟਨ ਅਮਰਿੰਦਰ ਸਿੰਘ ਨੇ, ਕਿ ਬਣਾਓ ਚੰਨੀ ਜੀ, ਤੁਹਾਡੀ ਸੋਚ ਹੈ, ਤੁਸੀਂ ਕਰੋ। ਮੈਂ ਕਿਹਾ ਜੀ ਇਹਦੇ ਵਾਸਤੇ ਅਸੀਂ ਪੈਸੇ ਵੀ ਆਪ ਹੀ ਅਰੇਂਜ ਕਰ ਲਾਂਗੇ। 150 ਕਰੋੜ ਰੁਪਈਆ ਯੂਨੀਵਰਸਿਟੀ ਦੇ ਰਹੀ ਹੈ। ਇਹ ਯੂਨੀਵਰਸਿਟੀ ਦਾ ਐਸੈਟ ਵੀ ਹੈ। ਮੈਂ ਯੂਨੀਵਰਸਿਟੀ ਦੇ ਸਾਰੇ ਲੋਕਾਂ ਨੂੰ ਧੰਨਵਾਦ ਦੇਣਾ ਚਾਹੁੰਦਾ ਕਿ ਤੁਹਾਡਾ ਵੀ ਐਸੈਟ ਹੈ। ਇਹ ਤੁਹਾਡਾ ਹੀ ਹੈ, ਤੁਸੀਂ ਹੀ ਇੱਥੇ ਚਲਾਉਣਾ ਤੇ ਤੁਹਾਡੀ ਹੀ ਜ਼ਮੀਨ ਤੇ ਬਣ ਰਿਹਾ ਹੈ। ਤੁਸੀਂ 10 ਏਕੜ ਇਸ ਵਾਸਤੇ ਦਿੱਤੀ ਹੈ, ਮੈਂ ਤੁਹਾਨੂੰ 50 ਏਕੜ ਇਸ ਤੋਂ ਪਿੱਛੇ ਤੁਹਾਡੇ ਵਾਸਤੇ ਹੋਰ ਲੈ ਕੇ ਦੇਣਾ, ਇਸ ਤੁਹਾਡੇ ਕੰਮ ਵਾਸਤੇ। ਸੋ ਜਦੋਂ ਅਸੀਂ ਇਹਨੂੰ ਬਣਾਉਣ ਲੱਗੇ, ਸੋਚਣ ਲੱਗੇ, ਕਿਹਾ ਮੈਂ ਕਿਹਾ ਯਾਰ ਇਹਨੂੰ ਇਸ ਤਰ੍ਹਾਂ ਦਾ ਬਣਨਾ ਕਿ ਦੂਰ ਤੇ ਪਤਾ ਲੱਗੇ ਕਿ ਇਹ ਹਿੰਦੁਸਤਾਨ ਦਾ ਨਿਸ਼ਾਨ ਹੈ। ਇੱਕ ਇਹ ਹਿੰਦੁਸਤਾਨ ਇਹਦੇ ਵਿੱਚ ਝਲਕਦਾ ਹੋਵੇ, ਸਾਡਾ ਕਨਸਟੀਟਿਊਸ਼ਨ ਇਹਦੇ ਝਲਕਦਾ ਹੋਵੇ, ਅੰਬੇਦਕਰ ਸਾਹਿਬ ਇਸ ਤਰ੍ਹਾਂ ਝਲਕਦਾ ਹੋਵੇ। ਮੈਨੂੰ ਕਹਿੰਦੇ ਜੀ ਕਿਸ ਤਰ੍ਹਾਂ ਬਣੇਗਾ? ਮੈਨੂੰ ਕੋਈ ਐਂਬਲਮ ਦੇ ਗਿਆ ਸੀ ਐਡਾ, ਉਹਦੇ ਥੱਲੇ ਇੱਦਾਂ ਪਿੱਲਰ ਲਾ ਕੇ ਉੱਪਰ ਐਂਬਲਮ ਲੱਗਿਆ ਹੋਇਆ ਸੀ, ਜਿਸ ਤਰ੍ਹਾਂ ਉਹ ਉੱਪਰ ਲੱਗਿਆ ਹੋਇਆ। ਮੈਂ ਉਹ ਚੱਕ ਕੇ ਇਹਨਾਂ ਦੇ ਮੂਹਰੇ ਆ ਰੱਖਤਾ। ਮੈਂ ਕਿਹਾ ਆਪਾਂ ਇਸ ਤਰ੍ਹਾਂ ਹੀ ਬਣਾਉਣਾ ਹੈ। ਸਾਡਾ ਦੇਸ਼ ਇਹਦੇ 'ਚੋਂ ਝਲਕਦਾ ਹੋਵੇ, ਉਹਦਾ ਚਿੰਨ੍ਹ ਇਹਦੇ 'ਚੋਂ ਝਲਕਦਾ ਹੋਵੇ, ਅੰਬੇਦਕਰ ਦਾ ਉਹਦੀ ਝਲਕ ਮਿਲੇ ਉਹਦੀ ਬਿਲਡਿੰਗ 'ਚੋਂ ਹੀ। ਅੰਦਰਲੇ ਕਿਤੇ ਜਾ ਕੇ ਪਤਾ ਹੀ ਲੱਗਣਾ। ਮੈਂ ਵੇਰਕਾ ਜੀ ਦਾ ਬੜਾ ਧੰਨਵਾਦੀ ਹਾਂ, ਇਹਨਾਂ ਨੇ ਇਹਦੇ 'ਚ ਸਾਡੀ ਬੜੀ ਮਦਦ ਕੀਤੀ। ਇਹਨਾਂ ਨੂੰ ਵੀ ਅਸੀਂ ਇਹ ਸਾਰਾ ਦਿਖਾਇਆ। ਸੋ ਅਸੀਂ ਅੰਬੇਦਕਰ ਜੀ ਨੂੰ ਇੱਥੇ ਉਹਨਾਂ ਦਾ ਮਿਊਜ਼ੀਅਮ ਬਣਾ ਕੇ, ਪੂਰੇ ਵਰਲਡ ਕਲਾਸ ਦਾ ਮਿਊਜ਼ੀਅਮ, ਬਹੁਤ ਵਧੀਆ ਇਸ ਨੂੰ ਬਣਾਇਆ ਜਾਏਗਾ। 150 ਕਰੋੜ ਰੁਪਈਆ ਇਹਦੇ 'ਚ ਲੱਗੇਗਾ। ਇਸ ਦੇ ਨਾਲ ਨਾਲ ਉਹਨਾਂ ਦੇ ਨਾਮ ਤੇ, ਕਿਉਂਕਿ ਜੇ ਅਸੀਂ ਕਿਸੇ ਗਰੀਬ ਨੂੰ ਉੱਪਰ ਚੱਕਣਾ ਚਾਹੁੰਦੇ ਹਾਂ, ਆਟਾ ਦਾਲਾਂ ਦੇ ਨਾਲ ਉਹਨੇ ਚੱਕ ਹੋਣਾ। ਤੁਸੀਂ ਰੋਜ਼ ਮਹਾਰਾ ਦੀ ਆਟਾ ਦਾਲ ਦੇ ਦਿਓ ਉਹਨੂੰ, ਉਹਨੇ ਆਟਾ ਦਾਲ ਖਾੜੀਆਂ ਆਪਣਾ ਸੌਂ ਜਾਣੇ। ਲੇਕਿਨ ਜੇ ਉਹਦੇ ਬੱਚੇ ਨੂੰ ਤੁਸੀਂ ਪੜ੍ਹਾਈ ਦੇਤੀ, ਉਹ ਆਪੇ ਬੜਾ ਹੋ ਕੇ ਆਪੇ ਅੱਗੇ ਆ ਕੇ ਆਪਣੀ ਵੀ ਗਰੀਬੀ ਚੱਕ ਦੇਗਾ, ਆਪਣੇ ਮਾਂ-ਬਾਪ ਦੀ ਵੀ ਚੱਕ ਦੇਗਾ। ਇਸ ਕਰਕੇ ਐਜੂਕੇਸ਼ਨ ਸਿਸਟਮ ਨੂੰ ਸਟਰੈਂਥਨ ਕਰਨਾ ਹੈ। ਸਭ ਤੋਂ ਬੜੀ ਚੀਜ਼ ਹੀ ਐਜੂਕੇਸ਼ਨ ਹੈ। ਮੇਰਾ ਬਾਪੂ ਮੈਨੂੰ ਪੜ੍ਹਾਇਆ, ਮੇਰੇ ਭਾਈਆਂ ਨੂੰ ਪੜ੍ਹਾਇਆ। ਇੱਕ ਮੇਰਾ ਭਰਾ ਡਾਕਟਰ ਹੈ, ਇੱਕ ਚੀਫ ਇੰਜੀਨੀਅਰ ਰਿਟਾਇਰ ਹੋਇਆ, ਇੱਕ ਮੈਂ ਹਾਂ, ਇੱਕ ਮੇਰੇ ਤੋਂ ਛੋਟਾ ਹੈ। ਲੇਕਿਨ ਐਜੂਕੇਸ਼ਨ ਉਹਦੀ ਸੋਚ ਸੀ।
ਅੰਬੇਦਕਰ ਦੀ ਸੋਚ ਉਹਦੇ 'ਚ ਸੀਗੀ, ਸਾਡੇ 'ਚ ਆ ਗਈ। ਅੰਬੇਦਕਰ ਦੀ ਸੋਚ ਸੀ ਕਿ ਜੀ ਪੜ੍ਹੋਗੇ ਕਿੱਥੇ ਤੇ ਜੇ ਇਨਫਰਾਸਟ੍ਰਕਚਰ ਨਹੀਂ ਹੈ ਪੜ੍ਹਾਈ ਦੇ ਬੱਚਿਆਂ ਵਾਸਤੇ, ਗਰੀਬਾਂ ਵਾਸਤੇ, ਮਿਡਲ ਕਲਾਸ ਦੇ ਲੋਕਾਂ ਵਾਸਤੇ, ਜਿਹੜੇ ਫੀਸਾਂ ਨਹੀਂ ਦੇ ਸਕਦੇ ਬੜੀਆਂ ਯੂਨੀਵਰਸਿਟੀਆਂ ਦੀਆਂ, ਉਹ ਕਿੱਥੇ ਤੇ ਪੜ੍ਹਨਗੇ। ਇਸ ਲਈ ਅਸੀਂ ਬੱਚਿਆਂ ਨੂੰ ਇਨਫਰਾਸਟ੍ਰਕਚਰ ਦੇਣਾ, ਪੜ੍ਹਾਈ ਦੇ ਇੰਸਟੀਟਿਊਸ਼ਨ ਦੇਣੇ। ਇੱਥੇ ਅਸੀਂ ਇੱਕ IIM ਦੇ ਨਾਲ ਮਿਲ ਕੇ ਮੈਨੇਜਮੈਂਟ ਕਾਲਜ ਬਾਬਾ ਅੰਬੇਦਕਰ ਸਾਹਿਬ ਦੇ ਨਾਮ ਤੇ ਅੱਜ ਹੀ ਮੈਂ ਘੋਸ਼ਣਾ ਕਰਦਾ ਕਿ ਇੱਥੇ ਸਥਾਪਿਤ ਕਰਾਂਗਾ। ਉਹਦਾ ਨਾਮ ਡਾਕਟਰ ਭੀਮ ਰਾਓ ਅੰਬੇਦਕਰ ਇੰਸਟੀਚਿਊਟ ਆਫ ਮੈਨੇਜਮੈਂਟ ਹੋਏਗਾ। IIM ਦੇ ਲੈਵਲ ਦਾ, ਅੰਮ੍ਰਿਤਸਰ ਦੀ IIM ਦੇ ਨਾਲ ਮਿਲ ਕੇ ਇਹ ਇੰਸਟੀਚਿਊਟ ਬਣੇਗਾ। ਇੱਕ ਸਕੂਲ ਆਫ ਅੰਬੇਦਕਰ ਥਾਟਸ ਦਾ ਬਣੇਗਾ ਇੱਥੇ, ਤਾਂ ਕਿ ਉਹਨਾਂ ਦੀ ਜਿਹੜੀ ਸੋਚ ਹੈ ਉਸ ਨੂੰ ਅੱਗੇ ਵਧਾਇਆ ਜਾ ਸਕੇ। ਭਾਰਤ ਰਤਨਾ ਡਾਕਟਰ ਬਾਬਾ ਸਾਹਿਬ ਅੰਬੇਦਕਰ ਸੈਂਟਰ ਫॉर ਰਿਸਰਚ ਇਨ ਇਕੁਐਲਿਟੀ ਐਂਡ ਡਿਵੈਲਪਮੈਂਟ, ਇੱਕ ਇਹ ਇੱਥੇ ਬਣਾਵਾਂਗੇ। ਇੱਕ ਮੈਨੇਜਮੈਂਟ ਦਾ ਕਾਲਜ ਬਣੇਗਾ। ਇੱਕ ਜਿਸ ਤਰ੍ਹਾਂ ਡਿੰਪਾ ਜੀ ਨੇ ਦੱਸਿਆ ਸੀ ਚਮਕੌਰ ਸਾਹਿਬ ਦੇ ਵਿੱਚ ਸਕਿੱਲ ਯੂਨੀਵਰਸਿਟੀ ਬਣਾ ਰਹੇ ਹਾਂ। 2 ਮੈਡੀਕਲ ਕਾਲਜ ਜਿਹੜੀ ਗੱਲ ਕਰਕੇ ਗਏ ਸਾਡੇ ਸਤਿਕਾਰਯੋਗ MLA ਸਾਹਿਬ ਰਾਣਾ ਜੀ, ਉਹਨਾਂ ਦੀ ਅਸੀਂ ਬੜੀ ਛੇਤੀ ਸ਼ੁਰੂਆਤ ਕਰ ਦਾਂਗੇ ਰਾਣਾ ਜੀ, ਇਹਦੇ ਦੇਰ ਨਹੀਂ ਲੱਗੇਗੀ। ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਜੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਸਾਇੰਸ ਹੀ ਨਹੀਂ ਹੈ, ਜੇ ਮੈਡੀਕਲ ਕਾਲਜ ਦੀਆਂ ਗਰੁੱਪ ਹੀ ਨਹੀਂ ਹੈ, ਫਿਰ ਸਾਡੇ ਗਰੀਬਾਂ ਦੇ ਜਿਹੜੇ ਮਿਡਲ ਕਲਾਸ ਦੇ ਲੋਕਾਂ ਦੇ ਡਾਕਟਰ ਤੇ ਇੰਜੀਨੀਅਰ ਕਿੱਥੋਂ ਬਣਨੇ ਆ। ਅਸੀਂ ਪੰਜਾਬ ਦੇ ਸਕੂਲਾਂ ਦੇ ਵਿੱਚ ਸਾਇੰਸ ਬਲਾਕ ਤੇ ਮੈਡੀਕਲ ਐਜੂਕੇਸ਼ਨ ਦਾ ਬਲਾਕ ਬਣਾਵਾਂਗੇ ਸਾਰਿਆਂ 'ਚ, ਤਾਂ ਕਿ ਡਾਕਟਰ ਇੰਜੀਨੀਅਰ ਚੰਗੇ ਪੈਦਾ ਹੋਣ। ਤੇ ਜਿਹੜੇ 2 ਇੱਥੇ ਮੈਡੀਕਲ ਕਾਲਜ ਬਣ ਰਹੇ, ਇੱਕ ਇੱਥੇ ਬਣੇਗਾ, ਇੱਕ ਬਣੇਗਾ ਹੁਸ਼ਿਆਰਪੁਰ ਦੇ ਵਿੱਚ। ਇਹਨਾਂ ਨੂੰ ਅਸੀਂ ਬੜੀ ਛੇਤੀ, ਪਰਮਾਤਮਾ ਨੇ ਮੇਰੇ ਹੱਥ 'ਤੇ ਕੰਮ ਕਰਾਉਣਾ ਹੋਇਆ ਤਾਂ ਬੜੀ ਛੇਤੀ ਅਸੀਂ ਨੀਂਹ ਪੱਥਰ ਰੱਖਣ ਆਵਾਂਗੇ ਰਾਣਾ ਜੀ, ਇਹ ਜ਼ਰੂਰ ਕਰਾਂਗੇ। ਇੱਕ ਸਾਡੇ ਪਾਸ ਬਿਲਡਿੰਗ ਪੜੀ ਹੈ, ਕਿਉਂਕਿ ਮੈਨੂੰ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਜਨਮ ਦਿਹਾੜਾ ਮਨਾਉਣ ਦਾ ਸੁਭਾਗ ਪ੍ਰਾਪਤ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਜੀ ਨੇ ਡਿਊਟੀ ਲਗਾਈ ਸੀ ਕਿ ਤੁਸੀਂ ਇਹ ਕੰਮ ਸੰਭੋ, ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵਰਲਡ ਵਾਈਡ ਇਸ ਗੱਲ ਦੀ ਪ੍ਰਸ਼ੰਸਾ ਹੋਈ ਕਿ ਪੰਜਾਬ ਸਰਕਾਰ ਨੇ ਜੋ ਗੁਰੂ ਨਾਨਕ ਸਾਹਿਬ ਦਾ ਜਨਮ ਦਿਹਾੜਾ ਮਨਾਇਆ, ਜਨਮ ਸਾਲ ਮਨਾਇਆ, ਬਹੁਤ ਜ਼ਬਰਦਸਤ ਉਸ ਦੀ ਸ਼ੋਭਾ ਚਾਰੇ ਪਾਸੇ ਸਰਕਾਰ ਨੂੰ ਮਿਲੀ। ਉੱਥੇ ਸਾਡੀ ਇੱਕ ਬਿਲਡਿੰਗ ਪਈ ਹੈ, ਉਹਦੇ ਵਿੱਚ ਇੱਕ ਸੁਲਤਾਨਪੁਰ ਲੋਧੀ ਅਸੀਂ ਇੱਕ ITI ਕਾਲਜ ਖੋਲਾਂਗੇ। ਇਹ ਵੀ ਮੈਂ ਐਲਾਨ ਕਰਕੇ ਜਾ ਰਿਹਾ, ਤੇ ਬੜੀ ਛੇਤੀ ਅਸੀਂ ਇਸੇ ਸਾਲ ਤੋਂ ਕਲਾਸਾਂ ਸ਼ੁਰੂ ਕਰ ਦੇਣੀਆਂ। ਤੁਹਾਨੂੰ ਵਧਾਈ ਹੋਵੇ ਇਸ ਚੀਜ਼ ਦੀ। ਭੁਲੱਥ ਦੇ ਵਿੱਚ ਇੱਕ ਬਲਾਕ ਦੇ ਵਿੱਚ ਅਸੀਂ ਇੱਕ ITI ਖੋਲ੍ਹਣੀ ਆ, ਉਹਦੇ ਤੇ 11 ਕਰੋੜ ਰੁਪਈਆ, 10 ਕਰੋੜ ਰੁਪਈਆ ਲੱਗੇਗਾ। ਤੇ ਅਸੀਂ ਉਹ ਵੀ ਭੁਲੱਥ ਦੇ MLA ਸਾਹਿਬ ਬੈਠੇ ਆ, ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਸਾਨੂੰ ਜਗ੍ਹਾ ਦੱਸ ਦਿਓ, ਜਗ੍ਹਾ ਤੁਸੀਂ ਦੇਣੀ ਹੈ, ਪੈਸੇ ਅਸੀਂ ਲਾਵਾਂਗੇ। ਰਾਣਾ ਜੀ ਮੇਰੇ ਬਹੁਤ ਹੀ ਸਤਿਕਾਰਯੋਗ ਆਗੂ ਹੈ, ਅਗਾਂਹ ਵਧੂ ਹੈ, ਇਹਨਾਂ ਦੀ ਸੋਚ ਹੈ, ਇੱਕ ਵਿਜ਼ਨ ਹੈ, ਮੈਂ ਉਸ ਦਾ ਸਤਿਕਾਰ ਕਰਦਾ। ਇਹਨਾਂ ਨੇ ਮੈਨੂੰ ਕਿਹਾ ਕਪੂਰਥਲੇ ਵਾਸਤੇ 10 ਕਰੋੜ ਰੁਪਈਆ ਕਪੂਰਥਲੇ ਦੇ ਸ਼ਹਿਰ ਨੂੰ ਅਸੀਂ ਦੇਵਾਂਗੇ। ਇਹਨਾਂ ਮੂਹਰੇ ਥਾਨ ਸਿੱਟ ਦੇਣਾ, ਜਿੱਥੇ ਜਿੱਥੇ ਸੁਆ ਕੇ ਜਿਹੜਾ ਕੁਝ ਪਾਉਣਾ ਪਾ ਲਵੇ। ਇੱਕ 4 ਕਰੋੜ ਰੁਪਈਆ ਇਹਨਾਂ ਨੂੰ ਚਾਹੀਦਾ ਹੈ, ਕੁਝ ਤਾਰਾਂ ਸ਼ਿਫਟ ਕਰਨੀਆਂ, ਉਹ ਵੀ ਇਹਨਾਂ ਪਾਸ ਪਹੁੰਚੇਗਾ। ਸੋ ਇੱਕ ਵਿਜ਼ਨ ਦੇ ਨਾਲ, ਇੱਕ ਸੋਚ ਦੇ ਨਾਲ, ਅਗਾਂਹ ਵਧੂ ਸੋਚ ਦੇ ਨਾਲ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਹੈ। ਮੇਰੇ ਪਾਸ ਰੋਡ ਮੈਪ ਹੈ। ਮੈਨੂੰ ਇਸ ਗੱਲ ਦੀ ਮੈਂ ਤਿਆਰੀ ਕਰਦਿਆਂ ਬੜੀ ਦੇਰ ਹੋ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਪੰਜਾਬ ਨੂੰ ਅੱਗੇ ਵਧਾਉਣਾ ਹੈ। ਲੇਕਿਨ ਪੰਜਾਬ ਨੂੰ ਜਿਹੜੀ ਜੋਕਾਂ ਚਿੰਬੜੀਆਂ ਵੀ ਹੈ ਕਿ ਕਿਸੇ ਦਫ਼ਤਰ ਜਾਓ, ਕਹਿੰਦਾ ਜੀ ਅੱਖਾਂ ਕੰਨ ਨੂੰ ਝਾਕੀ ਜਾਂਦਾ ਜਦ ਤੱਕ ਥੱਲੇ ਟੇਬਲ ਦੇ ਥੱਲੇ ਨੂੰ ਪੈਸੇ ਨਹੀਂ ਮਿਲ ਜਾਂਦੇ। ਇਹ ਚੀਜ਼ ਨਹੀਂ ਬਰਦਾਸ਼ਤ ਹੋਣੀ ਮੇਰੇ ਤੇ, ਇਹ ਨਹੀਂ ਹੋ ਸਕਦਾ। ਇਹਨੂੰ ਖਤਮ ਕਰ ਦਾਂਗਾ ਪੰਜਾਬ ਚੋਂ। ਮੈਨੂੰ ਜਿੰਨਾ ਕੁ ਟਾਈਮ ਮਿਲਿਆ ਤੁਸੀਂ ਇਹਦੇ 'ਚ ਦੇਖ ਲਿਓ ਕਿ ਬਿਲਕੁਲ ਸਿੱਧਾ ਹੋ ਜਾਏਗਾ ਕੰਮ, ਪਿਆਰ ਨਾਲ ਹੀ ਕਰਾਵਾਂਗਾ। ਮੈਂ ਮਿਊਨਿਸਪਲ ਕਮੇਟੀ ਦਾ ਪ੍ਰਧਾਨ ਸੀ,
ਉਸ ਤੋਂ ਬਾਅਦ ਮੈਂ MLA ਵੀ ਰਹਿ ਲਿਆ, ਮੰਤਰੀ ਵੀ ਰਹਿ ਲਿਆ, ਹੁਣ ਤੁਸੀਂ ਮੁੱਖ ਮੰਤਰੀ ਬਣਾਤਾ ਹੈ। ਲੇਕਿਨ ਉਹ ਮੈਨੂੰ ਸਭ ਤੋਂ ਅੱਛਾ ਪੀਰੀਅਡ ਲੱਗਦਾ ਸੀ ਕਿ ਨੇੜੇ ਹੋ ਕੇ ਲੋਕਾਂ ਦੀ ਸੇਵਾ ਕਰਨੀ ਦੇ। ਤੇ ਕਮੇਟੀਆਂ ਦੇ ਵਿੱਚ 22% ਕਮਿਸ਼ਨ, ਮੈਂ ਕਿਹਾ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਆ। ਮੈਂ ਬੜਾ ਜ਼ੋਰ ਲਾਇਆ ਕਿ ਕੰਮ ਖਤਮ ਹੋਵੇ, ਲੇਕਿਨ ਇਹ ਨੈਕਸਸ ਇੰਨਾ ਤਕੜਾ ਬਣਿਆ ਹੋਇਆ ਕਿ ਤੋੜਨਾ ਬੜਾ ਔਖਾ। ਇੱਕ ਪ੍ਰਧਾਨ ਵਦੇ ਬੱਸ 'ਚ ਨਹੀਂ ਸੀ। ਮੈਂ ਉਦੋਂ ਸੋਚਿਆ ਸੀ, ਮੈਂ ਬਹੁਤ ਘੱਟ ਕਰਤਾ ਸੀ, ਉਹ ਗੱਲ ਨਹੀਂ ਲੰਬੀ ਸੁਣਾਵਾਂਗਾ, ਕਿ ਮੈਂ ਉਹਨਾਂ ਨੂੰ ਕਹਿਤਾ ਸੀ ਕਿ ਨਹੀਂ ਇਸ ਤਰ੍ਹਾਂ ਨਹੀਂ ਚੱਲਣਾ। ਇੱਕ ਐਸੀ ਉਹ ਕੂੜਾ ਸੁੱਟਣ ਵਾਲੇ ਡੰਪ ਨਹੀਂ ਪਏ ਹੁੰਦੇ, ਹੁਣ ਇਹ ਅਖਬਾਰਾਂ ਵਾਸਤੇ ਨਹੀਂ ਹੈ ਗੱਲਾਂ, ਇਹ ਤੁਹਾਡੇ ਨਾਲ ਐਸੇ ਹਾਲ ਦੇ ਵਿੱਚ ਕਰ ਰਿਹਾ। ਉਹ ਡੰਪ ਖਰੀਦਣੇ ਸੀ। ਉਹ ਮੈਂ ਕਿਹਾ ਯਾਰ ਇਹ ਤਾਂ ਬੜੇ ਮਹਿੰਗੇ ਲਗਾ ਰਹੇ ਹੋ। ਮੈਂ ਕਿਹਾ ਠੇਕੇਦਾਰ ਦਾ ਟੈਲੀਫੋਨ ਬਣਾਓ। ਮੈਂ ਠੇਕੇਦਾਰ ਨੂੰ ਕਿਹਾ, ਮੈਂ ਕਿਹਾ ਯਾਰ ਇੰਨੇ ਦੇ ਨਹੀਂ ਪੈਸੇ, ਸਾਨੂੰ ਤਾਂ ਇੰਨੇ ਦੇ ਮਿਲਦੇ ਆ। ਕਹਿੰਦਾ ਜੀ ਦੇ ਤਾਂ ਇੰਨੇ ਦੇ ਦਊਂਗਾ, ਜਿਹਨੇ ਤੁਹਾਨੂੰ ਮਿਲਾ ਕੇ ਦਿੱਤਾ, ਜਿਹੜੇ ਤੁਹਾਡੇ ਨਾਲ ਈਓ ਬੈਠਾ ਹੈ, ਇਹਨੂੰ ਕਹਿ ਦਿਓ। ਮੈਂ ਸਪੀਕਰ ਲਗਾਇਆ ਹੋਇਆ ਸੀ ਐਂ ਕਰਕੇ। ਉਹ ਕਹਿੰਦਾ ਮੈਂ ਜ਼ਹਿਰ ਖਾ ਲੈਣਗੇ ਮੇਰੇ ਬੱਚੇ, ਤੂੰ ਪ੍ਰਧਾਨ ਜੀ ਜੋ ਕਹਿੰਦੇ ਉਹੀ ਕਰਦਾ। ਇਹ ਸੋਚ ਹੋਈ ਵੀ ਹੈ ਕਿ ਜੇ ਉੱਪਰ ਦੇ ਪੈਸੇ ਨਹੀਂ ਲੈਂਦੇ ਤਾਂ ਜ਼ਹਿਰ ਖਾਣੇ ਵਾਲਾ ਕੰਮ ਹੋ ਗਿਆ। ਤਨਖਾਹ ਨੂੰ ਕੁਝ ਸਮਝਦੇ ਨਹੀਂ ਕਈ ਲੋਕ। ਬਹੁਤ ਲੋਕ ਇਮਾਨਦਾਰ ਹੈ ਪੰਜਾਬ ਦੇ ਵਿੱਚ, ਬਹੁਤ ਜਨਤਾ ਇਮਾਨਦਾਰ ਹੈ, ਬਹੁਤ ਅਫਸਰ ਇਮਾਨਦਾਰ ਹੈ। ਕਿਸੇ ਇੱਕ ਫੀਲਡ ਦੇ ਵਿੱਚ ਜੇ ਤੁਸੀਂ ਕਹੋ ਸਾਰੇ ਮਾੜੇ ਇਹ ਨਹੀਂ ਹੋ ਸਕਦੇ, ਜੇ ਤੁਸੀਂ ਕਹੋ ਸਾਰੇ ਚੰਗੇ ਇਹ ਨਹੀਂ ਹੋ ਸਕਦੇ। ਹਰ ਫੀਲਡ ਦੇ ਵਿੱਚ, ਹਰ ਜਾਤੀ ਦੇ ਵਿੱਚ, ਹਰ ਧਰਮ ਦੇ ਵਿੱਚ ਚੰਗੇ ਵੀ ਲੋਕ ਬਹੁਤ ਜ਼ਿਆਦਾ ਹੈ, ਮਾੜੇ ਵੀ ਬਹੁਤ ਜ਼ਿਆਦਾ ਹੈ, ਕਈਆਂ 'ਚ ਬਹੁਤ ਘੱਟ ਹੈ। ਲੇਕਿਨ ਕਰਪਸ਼ਨ ਇਹ ਬਰਦਾਸ਼ਤ ਨਹੀਂ ਹੋਣੀ ਪੰਜਾਬ ਦੇ ਵਿੱਚ ਜਦ ਤੱਕ ਮੈਂ ਹਟ ਜਾਵਾਂਗਾ ਜਾਂ ਕਰਪਸ਼ਨ ਹਟ ਜਾਏਗੀ, ਦੋਨਾਂ 'ਚੋਂ ਇੱਕ ਚੀਜ਼ ਹਟੇਗੀ। ਇਹਦੇ ਵਾਸਤੇ ਨੌਜਵਾਨਾਂ ਨੂੰ ਮੇਰਾ ਸਾਥ ਦੇਣਾ ਪੈਣਾ ਹੈ। ਨੌਜਵਾਨ ਅੱਗੇ ਆਵੇ। ਜਿਹੜਾ ਬੰਦਾ ਪੈਸੇ ਮੰਗਦਾ ਹੈ ਨਾ, ਉਹਨੂੰ ਫੜ ਕੇ ਖੜ ਜਾਓ ਉਸੇ ਟਾਈਮ। ਮੈਨੂੰ ਟੈਲੀਫੋਨ ਕਰੋ, ਮੇਰਾ ਟੈਲੀਫੋਨ ਖੁੱਲ੍ਹਾ, ਮੈਨੂੰ ਉੱਥੇ ਵੀ ਆਉਣਾ ਪੈ ਗਿਆ ਤਾਂ ਆ ਜਾਵਾਂਗਾ। ਹੁਣ ਕਿਆ ਕਰਿਆ ਹੋਇਆ ਕਿ ਜੀ ਮੈਂ ਕਈ ਬੰਦਿਆਂ ਨੂੰ ਫੜਾਉਣ ਦੀ ਕੋਸ਼ਿਸ਼ ਕਰੀ। ਮੈਂ ਕਿਹਾ ਯਾਰ ਇਹਨੂੰ ਫੜਾਓ, ਬੰਦੇ ਨੇ ਤੰਗ ਕਰਿਆ ਵਾ। ਵਿਜੀਲੈਂਸ ਵਾਲੇ ਕਹਿੰਦੇ ਜੀ ਪਹਿਲਾਂ ਸਾਡੇ ਪਾਸ ਆਡੀਓ ਪ੍ਰੂਫ ਚਾਹੀਦਾ ਜੀ ਕੋਈ, ਫਿਰ ਇਹਨੂੰ ਫੜਾਂਗੇ। ਹੁਣ ਆਡੀਓ ਪ੍ਰੂਫ ਅਗਲਾ ਦਿੰਦਾ ਤੁਹਾਨੂੰ? ਕਹਿੰਦੇ ਜੀ ਉਦੋਂ ਮੋਬਾਈਲ ਪਰ ਕਾਲ ਕਰੋ, ਪੈਸੇ ਮੰਗੇ, ਫਿਰ ਸਾਡੇ ਪਾਸ ਸਬੂਤ ਆਊਗਾ, ਫਿਰ ਅਸੀਂ ਖੋਲਾਂਗੇ। ਇਹ ਸਭ ਮਿਲੇ ਹੋਏ ਸੀ ਇਹ ਲੋਕ, ਇਹ ਹੈਗੇ ਹੈ। ਇਹਨਾਂ ਨੂੰ ਖਤਮ ਕਰਨਾ ਇਸ ਚੀਜ਼ 'ਚੋਂ। ਤੁਸੀਂ ਪੰਜਾਬ ਦੇ ਲੋਕ ਖਤਮ ਕਰਨਗੇ, ਮੈਂ ਨਹੀਂ ਇਕੱਲਾ ਕਰ ਸਕਦਾ। ਪੰਜਾਬ ਦੇ ਲੋਕਾਂ ਨੂੰ ਉੱਠਣਾ ਪਏਗਾ। ਇਹ ਜਿਹੜੇ ਸਾਨੂੰ ਜੋਕਾਂ ਚਿੰਬੜੀਆਂ, ਇਹਨਾਂ ਨੂੰ ਖਤਮ ਕਰਨਾ ਹੈ। ਉਹਦੇ ਵਾਸਤੇ ਪੰਜਾਬ ਦਾ ਨੌਜਵਾਨ ਅੱਗੇ ਆਵੇ ਤਾਂ ਇਹ ਖਤਮ ਹੋਏਗੀ। ਨੌਜਵਾਨੀ ਦੇ ਵਿੱਚ ਕ੍ਰਾਂਤੀ ਹੁੰਦੀ ਹੈ। ਉਹ ਭਗਤ ਸਿੰਘ ਦੀ ਫੋਟੋ ਨੂੰ ਦੇਖਦਾ ਹੈ। ਮੈਂ ਹੁਣ ਭਗਤ ਸਿੰਘ ਜੀ ਦੇ ਜਾ ਕੇ ਪੈਰੀ ਹੱਥ ਲਗਾ ਕੇ ਆਇਆ, ਮੱਥਾ ਟੇਕ ਕੇ ਆਇਆ ਝੁਕ ਕੇ। ਜਿਹੜੇ ਮੁੰਡੇ ਦੇ ਕਮਰੇ ਦੇ ਵਿੱਚ ਜਾਂ ਗੱਡੀ ਦੇ ਉੱਪਰ ਜਾਂ ਮੋਬਾਈਲ ਦੇ ਉਰੇ ਭਗਤ ਸਿੰਘ ਦੀ ਫੋਟੋ ਲੱਗੀ ਵੀ, ਸਮਝ ਲਓ ਇਹ ਬੰਦਾ ਕੰਮ ਦਾ ਹੈ, ਉਹਦੀ ਸੋਚ ਸਹੀ ਹੈ। ਭਗਤ ਸਿੰਘ ਨੂੰ ਦੇਖਣਾ ਪਏਗਾ, ਨੌਜਵਾਨਾਂ ਨੂੰ ਉਹਦੀ ਸੋਚ ਨੂੰ ਦੇਖਣਾ ਪਏਗਾ। ਕ੍ਰਾਂਤੀ ਲਿਆਉਣੀ ਪਏਗੀ ਦੇਸ਼ ਦੇ ਵਿੱਚ ਔਰ ਸੂਬੇ ਦੇ ਵਿੱਚ। ਤੇ ਇਸ ਤਰ੍ਹਾਂ ਦੇ ਜਿਹੜੀ ਕਰਪਸ਼ਨ ਹੈ, ਗਲਤ ਕੰਮ ਹੈ। ਪੁੱਠੇ ਤਰੀਕੇ ਨਾਲ ਹਰ ਕੰਮ ਕਰਾਉਣਾ ਚਾਹੁੰਦਾ ਹਰ ਕੋਈ, ਸਿੱਧੇ ਤਰੀਕੇ ਨਾਲ ਕਰਾਉਣਾ ਨਹੀਂ ਚਾਹੁੰਦਾ। ਲਾਈਨ 'ਚ ਕੋਈ ਲੱਗਣਾ ਨਹੀਂ ਚਾਹੁੰਦਾ। ਉਹ ਕਹਿੰਦਾ ਜੀ ਮੈਨੂੰ ਇੱਧਰ ਨੂੰ ਕੱਢ ਕੇ ਸਭ ਤੋਂ ਮੂਹਰੇ ਖੜਾ ਕਰ ਦਿਓ, ਬਸ ਇਹ ਸੋਚ। ਫਿਰ ਮੈਂ VIP ਹੈ, ਕਿਆ ਕਰਨਾ VIP ਯਾਰ। ਮੇਰੇ ਆਲੇ ਦੁਆਲੇ ਮੈਂ ਜਿੱਦਣ ਮੁੱਖ ਮੰਤਰੀ ਬਣਿਆ, ਮੈਂ ਕਿਹਾ ਯਾਰ ਕਿੱਥੇ ਫਸ ਗਿਆ ਮੈਂ। ਇੰਨੀ ਜਨਤਾ ਪਿੱਛੇ, ਇੰਨੀ ਜਨਤਾ ਅੱਗੇ, ਇੰਨੀਆਂ ਗੱਡੀਆਂ ਅੱਗੇ ਪਿੱਛੇ। ਮੈਂ ਕਿਹਾ ਇਹਨਾਂ ਨੂੰ ਹਟਾਓ ਯਾਰ ਮੇਰੇ ਆਲੇ ਦੁਆਲੇ, ਤੇ ਮੈਂ ਆਜ਼ਾਦ ਬੰਦਾ। ਮੈਨੂੰ ਕਿਹਨੇ ਮਾਰਨਾ? ਕਿਆ ਦੱਸੋ ਮੈਨੂੰ, ਮਾਰ ਕੇ ਕਿਸ ਨੂੰ ਕਿਆ ਮਿਲਣਾ? ਲੇਕਿਨ ਤੁਸੀਂ ਪਤਾ ਤੁਹਾਨੂੰ ਕਿੰਨੀ ਸਿਕਿਉਰਿਟੀ ਹੈ ਮੇਰੀ? 1000 ਬੰਦਾ ਮੇਰੀ ਸਿਕਿਉਰਿਟੀ ਪਰ ਹੈ। 200 ਗੱਡੀਆਂ ਮੈਨੂੰ ਦੇਤੀਆਂ। ਮੇਰੇ ਤਾਂ ਕਮਰੇ ਜਿੱਡੀਆਂ ਗੱਡੀਆਂ ਇਹਨੇ ਬਾਦਲਾਂ ਨੇ ਖਰੀਦੀਆਂ ਹੋਈਆਂ। ਮੈਂ ਹੁਣੇ ਆਇਆ, ਕਮਰੇ ਜਿੱਡੀ ਗੱਡੀ ਹੈ, 2 ਕਰੋੜ ਰੁਪਏ ਦੀ ਕਹਿੰਦੇ ਆਉਂਦੀ। ਉਹ ਯਾਰ ਗਰੀਬਾਂ ਪਰ ਲਾ ਦਿੰਦੇ ਪੈਸਾ। ਉਈਓ 8 ਗੱਡੀਆਂ ਮੇਰੇ ਅੱਗੇ ਪਿੱਛੇ ਫਿਰਦੀਆਂ। ਮੈਂ ਆਪਣੇ ਸੈਕਟਰੀ ਸਾਹਿਬ ਨੂੰ, ਰਾਹੁਲ ਤਿਵਾੜੀ ਜੀ ਬੈਠੇ, ਮੈਂ ਇਹਨੂੰ ਰਸਤੇ 'ਚ ਕਹਿ ਰਿਹਾ ਸੀ, ਮੈਂ ਕਿਹਾ ਉਹ ਸਿਕਿਉਰਿਟੀ ਦਾ ਕਿਆ ਬਣਿਆ, ਕਾਹਦੇ ਵਾਸਤੇ 1000 ਬੰਦਾ ਪਿੱਛੇ ਘੁਮਾਇਆ ਹੋਇਆ? ਕਹਿੰਦੇ ਜੀ ਇੰਟੈਲੀਜੈਂਸ ਵਾਲੇ ਕਹਿੰਦੇ ਵੀ ਅਸੀਂ ਨਹੀਂ ਘੱਟ ਕਰ ਸਕਦੇ, ਜੇ ਕੱਲ੍ਹ ਨੂੰ ਕੋਈ ਗੱਲ ਹੋ ਜਾਵੇ। ਮੈਂ ਕਿਹਾ ਯਾਰ ਜੇ ਕੱਲ੍ਹ ਕੋਈ ਹੋ ਗਈ ਤਾਂ ਮੈਂ ਜ਼ਿੰਮੇਵਾਰ ਹੈ, ਭੇਜੋ ਇਹਨਾਂ ਨੂੰ। ਕਿਆ ਕਰਨਾ 1000 ਬੰਦਾ? 5-7-10 ਬੰਦੇ ਚਲੋ ਠੀਕ ਹੈ,
ਕਈ ਜਗ੍ਹਾ ਲੋਕ ਵੀ ਜ਼ਿਆਦਾ ਅੱਗੇ ਨੂੰ ਆ ਜਾਂਦੇ ਆ ਕਿ ਮਿਲਣਾ ਹੀ ਜ਼ਰੂਰ ਹੈ, ਥੋੜ੍ਹਾ ਜਿਹਾ ਤਰੀਕੇ ਨਾਲ ਉਹਨਾਂ ਨੂੰ ਸੈੱਟ ਕਰ ਦੇਣਗੇ। ਉਹ ਇਸ ਤੋਂ ਜ਼ਿਆਦਾ ਤਾਂ ਕੁਝ ਨਹੀਂ, ਸਿੰਬਲ ਬਣ ਗਿਆ ਇੱਕ ਕਿ ਜੀ ਗਨਮੈਨ ਇੰਨੇ ਜ਼ਿਆਦਾ ਪਿੱਛੇ। ਹੁਣ ਮੈਂ ਸੁਖਬੀਰ ਬਾਦਲ ਥੋੜ੍ਹੋ ਯਾਰ ਵੀ ਮੈਂ ਦਿਖਾਣਾ ਕਿ ਜੀ ਐਡੀ ਬੜੀ ਕਾਰਵਾਈ ਆ ਰਹੀ ਹੈ, ਕਿਉਂਕਿ ਲੋਕਾਂ ਦੇ ਪਿੱਛੇ ਲੱਗਦੀ ਨਹੀਂ, ਉਹ ਇਹਨਾਂ ਦੀ ਉਹ ਲਾਈ ਫਿਰੀ ਜਾਂਦੇ ਆ। ਪਬਲਿਕ ਉਹਨਾਂ ਦੇ ਨਾਲ ਤੁਰਨੇ ਨੂੰ ਤਿਆਰ ਨਹੀਂ। ਉਹ ਕਹਿੰਦੇ ਚਲੋ ਇਹੀ 1000 ਬੰਦਾ ਪਿੱਛੇ ਸਿਕਿਉਰਿਟੀ ਦੇ ਨਾਂ ਪਰ ਪਿੱਛੇ ਤੋਰ ਲਓ। ਇਸ ਕਰਕੇ ਨੌਜਵਾਨ ਵੀਰੋ, ਇਹ ਸਮਝ ਲਓ ਤੁਹਾਡਾ ਭਰਾ ਮੁੱਖ ਮੰਤਰੀ ਹੈ ਤੇ ਤੁਹਾਨੂੰ ਐਡਜਸਟ ਕਰਨਾ ਹੈ। ਇਹ ਸਮਝ ਲਓ ਕਿ ਜਿੰਨੀ ਕੁ ਸਮਰੱਥਾ ਨੌਕਰੀਆਂ ਦੀ ਪੰਜਾਬ ਸਰਕਾਰ ਕੋਲ ਹੈ, ਉਨੀ ਤਾਂ ਮੈਂ 4 ਮਹੀਨਿਆਂ 'ਚ ਭਰ ਦੇਣੀ। ਮੈਂ ਅੱਜ ਇਹਨਾਂ ਨੂੰ ਕਿਹਾ ਵੀ 1,00,000 ਨੌਕਰੀ ਹੋਰ ਕੱਢੋ। ਆ ਤੁਸੀਂ ਦੇਖੋ, ਸਾਡੇ ਪਿੱਛੇ ਮੇਰੀ ਇੰਨੀ ਲੜਾਈ ਹੋਈ। ਹੁਣ ਇੱਕ ਮੰਤਰੀ ਦੀ ਜਿੰਨੀ ਕੈਬਨਿਟ ਚੱਲਦੀ ਉਨੀ ਕੁ ਚੱਲੇਗੀ ਨਾ। ਕਹਿੰਦੇ ਜੀ ਕਲਾਸ ਡੀ ਦੀਆਂ ਨੌਕਰੀਆਂ ਆਊਟਸੋਰਸ ਕਰਨੀਆਂ। ਮੈਂ ਕਿਹਾ ਵੀ ਕਲਾਸ ਡੀ ਦੀਆਂ ਹੀ ਕਾਹਤੇ ਕਰਨੀਆਂ, ਫਿਰ ਕਲਾਸ ਏ ਦੀਆਂ ਵੀ ਕਰ ਲਓ। ਕਲਾਸ ਡੀ ਦੇ ਵਿੱਚ ਹੁਣ ਗਰੀਬੇ ਭਰਤੀ ਹੁੰਦਾ ਚਪੜਾਸੀ, ਹੋਰ ਤਾਂ ਕਿਸੇ ਨੇ ਲੱਗਣਾ ਨਹੀਂ। ਡਰਾਈਵਰ, ਟੈਕਨੀਸ਼ੀਅਨ ਜਿੰਨੇ ਕਲਾਸ ਡੀ ਦੇ ਵਿੱਚ ਹੈ, ਉਹ ਮੇਰੇ ਡਾਇਰੈਕਟਰ ਬੈਠੇ, ਮੈਂ ਇਹਨਾਂ ਦੀ ਫਾਈਲ ਪਰ ਲਿਖ ਕੇ ਭੇਜਿਆ ਵੀ ਨਹੀਂ ਇਸ ਤਰ੍ਹਾਂ ਹੋ ਸਕਦਾ। ਹੁਣ ਮੈਂ ਕਰ ਦੇਣਾ। ਹੁਣ ਮੇਰੇ ਪਾਸ ਆ ਗਈ ਉਹ ਕੱਲ੍ਹ। ਕਲਾਸ ਡੀ ਦੇ ਵੀ ਰੈਗੂਲਰ ਭਰਤੀ ਹੋਣਗੇ। ਉਹ ਕਿ ਉਹ ਕਿਤੇ ਹੋਰ ਤੇ ਆਏ ਆ, ਉਹ ਕਾਹਤੇ ਨਹੀਂ ਭਰ ਸਕਦੇ ਬਈ। ਜਾਂ ਫਿਰ ਏ ਕਲਾਸ ਵਾਲਿਆਂ ਨੂੰ ਵੀ ਆਊਟਸੋਰਸ ਕਰ ਲਓ, ਬੀ ਵਾਲਿਆਂ ਨੂੰ ਵੀ ਆਊਟਸੋਰਸ ਕਰ ਲਓ। ਅਫਸਰ ਤਾਂ ਲੱਗੇਗਾ ਪੱਕੀ ਤਨਖਾਹ ਪਰ 2.25 ਲੱਖ ਰੁਪਈਆ। ਜਿਹਦੀ 11,000 ਤਨਖਾਹ ਹੈ, ਉਹ ਆਊਟਸੋਰਸ ਪਰ ਲੱਗੇਗਾ। ਸਾਰੀ ਉਮਰ ਉੱਪਰ ਤੇ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੀ ਅੱਜ ਕੱਢ ਦੇਵੇਂ, ਕਿਉਂਕਿ ਨੌਕਰ ਤਾਂ ਆਊਟਸੋਰਸ ਹੈ ਜਾਂ ਕੰਟਰੈਕਟ ਤੇ ਹੈ। ਚਪੜਾਸੀ ਕੋਈ ਆਮ ਚੀਜ਼ ਨਹੀਂ ਹੈ, ਟੈਕਨੀਸ਼ੀਅਨ, ਡਰਾਈਵਰ ਕੋਈ ਆਮ ਚੀਜ਼ ਨਹੀਂ ਹੈ। ਇਹ ਵੀ ਅਸੀਂ ਉਹਦੇ ਪਰੇ ਭਰਨੇ ਹੈ, ਰੈਗੂਲਰ ਭਰਨੇ ਜਿਸ ਤਰ੍ਹਾਂ ਦੂਸਰੇ ਭਰਦੇ। ਸੋ ਮੈਂ ਤੁਹਾਡਾ ਜ਼ਿਆਦਾ ਹੀ ਟਾਈਮ ਲੈ ਗਿਆ ਕੁਛ। ਤੁਹਾਡਾ ਬਹੁਤ ਧੰਨਵਾਦ। ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ। ਅੰਬੇਦਕਰ ਜੀ ਦੀ ਸੋਚ, ਉਹਨਾਂ ਦੇ ਦੱਸੇ ਹੋਏ ਰਸਤੇ ਤੇ ਅਸੀਂ ਚੱਲੀਏ। ਹਿੰਦੁਸਤਾਨ ਦੇ ਸੰਵਿਧਾਨ ਨੂੰ ਤਕੜਾ ਰੱਖੀਏ, ਦੇਸ਼ ਦੇ ਵਿੱਚ ਨਿਸ਼ਠਾ ਰੱਖੀਏ, ਦੇਸ਼ ਦੇ ਵਿੱਚ ਏਕਤਾ ਬਣੀ ਰਹੇ। ਕੋਈ ਸਾਡੇ ਵੱਲ ਨੂੰ ਝਾਕਦਾ ਨਹੀਂ, ਕੋਈ ਪਾਕਿਸਤਾਨ ਸਾਡਾ ਬੈਰੀ ਨਹੀਂ ਬਣ ਸਕਦਾ ਜੇ ਅਸੀਂ ਆਪ ਇਕੱਠੇ ਰਹਾਂਗੇ। ਇਸ ਕਰਕੇ ਏਕਤਾ ਰੱਖੋ, ਤਕੜੇ ਹੋ ਕੇ ਦੇਸ਼ ਨੂੰ ਅੱਗੇ ਲਿਜਾਣ ਲਈ ਨੌਜਵਾਨ ਅੱਗੇ ਆਵੇ ਤੇ ਆਪਾਂ ਸਾਰੇ ਆਪਣੇ ਸੂਬੇ ਨੂੰ ਇੰਨਾ ਵਧੀਆ ਬਣਾ ਦਈਏ ਕਿ ਲੋਕ ਕਹਿਣ ਵੀ ਇਹ ਪੰਜਾਬ ਕਰਾਂ ਕੀ ਸਿਫਤ ਤੇਰੀ, ਸ਼ਾਨਾਂ ਦੇ ਸਭ ਸਮਾਨ ਤੇਰੇ। ਬਹੁਤ ਧੰਨਵਾਦ।